ਜਦੋਂ ਨਾ ਕਿਸਾਨ ਖੁਦਕੁਸ਼ੀਆਂ ਕਰਦੇ ਫਿਰ ਉਹਨਾਂ ਦੇ ਘਰ ਮੁਆਵਜ਼ੇ ਦੇਣ ਜਾਂਦੀ, ਉਹਦੇ ਨਾਲੋਂ ਪਹਿਲਾਂ ਤੁਸੀਂ ਸਾਨੂੰ ਜਿਹੜਾ ਸੁੱਕਾ ਝੋਨਾ ਲਾਉਂਦਾ ਉਹਦੇ ਸਬਸਿਡੀ ਦਿਓ। ਸਾਡਾ ਥੋੜਾ ਇੱਕ ਹੌਸਲਾ ਅਫਜ਼ਾਈ ਵੀ ਹੋਵੇ, ਇੱਕ ਸਾਨੂੰ ਫਾਈਨੈਂਸ਼ਲੀ ਵੀ ਅਸੀਂ ਥੋੜੇ ਹੋਈਏ ਕਿ ਅਸੀਂ ਇਹ ਲਾ ਸਕੀਏ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਆਈ ਆ ਸਾਨੂੰ ਕਿ ਇਹਦੀ ਗਰੋਥ ਨਹੀਂ ਹੋਈ। ਪਰ ਜਿਨ੍ਹਾਂ ਨੇ ਵੀ ਕੀਤਾ ਆ ਉਹ ਅਗਲੇ ਸਾਲ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚ ਸੁੱਕੇ ਝੋਨੇ ਦੀ ਬਿਜਾਈ ਹੋਊ, ਬਹੁਤ ਹੀ ਘੱਟ ਪੱਧਰ ਤੇ ਹੋਊਗੀ। ਕਿਉਂਕਿ ਜਦੋਂ ਝਾੜ ਨਿਕਲਣਾ ਉਦੋਂ ਜਿਹੜੇ ਬਾਕੀ ਰਹਿ ਗਏ ਹੁਣ ਥੋੜੇ ਪਰਸੈਂਟ ਉਹਨਾਂ ਦੇ ਹੋਰ ਮਹੀਨੇ ਤੱਕ। ਪਰ ਮੈਨੂੰ ਤਾਂ ਇਹ ਲੱਗਦਾ ਸੀ ਕਿ ਜੇ ਮੈਂ ਮਹੀਨਾ ਵੇਟ ਕੀਤੀ ਤਾਂ ਮੇਰਾ ਜ਼ਿਆਦਾ ਨੁਕਸਾਨ ਹੋਣਾ। ਹੁਣ ਤਾਂ ਚਲੋ ਮੈਂ ਪਨੀਰੀ ਵੀ ਲੈਣ ਨਹੀਂ ਮੈਨੂੰ ਪਈ ਆ, ਉਹ ਵੀ ਮੁੱਲ ਲੈ ਰਿਹਾ ਆ ਪਨੀਰੀ। ਸੁੱਕਾ ਝੋਨਾ ਪਹਿਲੀ ਵਾਰੀ ਲਾਇਆ ਜੀ, ਪਹਿਲਾਂ ਪ੍ਰਯੋਗ ਨਹੀਂ ਕੀਤਾ। ਪਹਿਲਾਂ ਸੁਣਿਆ ਬਹੁਤ ਸੀਗਾ ਜੀ, ਮਾਹਰਾਂ ਦੇ ਕੋਲੋਂ ਡਾਕਟਰਾਂ ਦੇ ਕੋਲੋਂ ਕਿ ਬਹੁਤ ਜ਼ਿਆਦਾ ਝਾੜ ਨਿਕਲਦਾ ਸੀ। ਝਾੜ ਕਰਜ਼ਾ ਸੀਗਾ ਜਿਹੜਾ ਹੋਰ ਸਿਰ ਤੇ ਵੱਧ ਗਿਆ ਆ। ਹੁਣ ਮਿਹਨਤ ਕਰਦੇ ਆ, ਦੇਖਦੇ ਕੀ ਹੁੰਦਾ ਜੀ। ਫਸਲ ਹੈ ਇਹਦਾ ਰੇਟ ਅਸੀਂ ਨਹੀਂ ਕਰ ਸਕਦੇ। ਸਾਡਾ ਗੰਨਾ ਆ, ਗੰਨੇ ਦੀ ਅਸੀਂ ਜੇ ਫਸਲ ਇਹਨਾਂ ਨੂੰ ਵੇਚੀ ਆ ਉਹ ਸਾਨੂੰ ਪੈਸੇ ਨਹੀਂ ਮਿਲਦੇ। ਕੀ ਭਾਜੀ ਇੱਥੇ ਜ਼ਿਮੀਂਦਾਰਾਂ ਕਰਨਾ। ਅਸੀਂ ਤਾਂ ਖੁਦ ਵੀ ਚਾਹੁੰਦੇ ਆ ਵੀ ਕਿਸੇ ਦਾ ਦਿਲ ਨਹੀਂ ਕਰਦਾ ਘਰ ਛੱਡਣ ਨੂੰ, ਇਹ ਮਜਬੂਰੀਆਂ ਘਰ ਛਡਾਉਂਦੀਆਂ। ਕਿਸਾਨ ਤਾਂ ਉਹ ਆ ਜਿਹੜਾ ਖੇਤ 'ਚ ਖੜਾ ਕਿਸਾਨ, ਉਹ ਥੋੜਾ ਜਿਹਾ ਦਫ਼ਤਰਾਂ 'ਚ ਬੈਠਾ ਆ। ਜਿਹੜਾ ਦੇਖੋ ਪ੍ਰੈਕਟੀਕਲੀ ਕਰਨਾ ਤਾਂ ਥਿਊਰੀ ਕਰਨਾ ਬਹੁਤ ਫਰਕ ਹੁੰਦਾ ਆ। ਜਿਹੜਾ ਕਿਸਾਨ ਪ੍ਰੈਕਟੀਕਲੀ ਕਰਦਾ ਉਹਨੂੰ ਪਤਾ ਭਾਈ ਇੱਕ ਏਕੜ ਨੂੰ ਕਿੰਨਾ ਬੀ ਪੈਣਾ, ਕਿੰਨਾ ਟਾਈਮ ਪਾਣੀ ਲੱਗਣਾ। ਇਦਾਂ ਹੀ ਮੈਂ ਇੱਕ ਵਾਰੀ ਦੱਸਦਾ, ਇੱਕ ਮਾਹਰ ਆਏ ਸੀ, ਉਹਨਾਂ ਨਾਲ ਮੇਰੀ ਗੱਲ ਹੋ ਗਈ। ਉਹ ਕਹਿੰਦੇ ਸੀਗੇ ਕਿ ਜਿਹੜਾ ਆਹ ਪਲੋ ਹੁੰਦਾ ਜੀ, ਇਹਨੂੰ ਪਲੋ ਜੀ 35 ਹਾਰਸ ਪਾਵਰ ਦਾ ਟਰੈਕਟਰ ਖਿੱਚ ਸਕਦਾ। ਪਰ ਮੈਨੂੰ ਪਤਾ ਵੀ ਮੈਂ ਚਲਾਉਣਾ ਆ ਪਲੋ ਨੂੰ 35 ਹਾਰਸ ਪਾਵਰ ਦਾ ਟਰੈਕਟਰ ਨਹੀਂ ਖਿੱਚ ਸਕਦਾ। ਉਹ ਐਵੇਂ ਕਿਤਾਬਾਂ 'ਚ ਗੱਲਾਂ ਅਸੀਂ ਚਲਾ ਕੇ ਦੇਖਿਆ। ਜ਼ਮੀਨ ਦਾ ਫਰਕ ਹੁੰਦਾ। ਆਹ ਚੀਕਣੀ ਜ਼ਮੀਨ ਆ, ਭਰੇ ਰੇਤਾ ਜ਼ਮੀਨ ਆ, ਉਹ 'ਚ ਟਰੈਕਟਰ ਹੋਰ ਹਿਸਾਬ ਨਾਲ ਵਗਣਾ, ਇਹ 'ਚ ਹੋਰ ਹਿਸਾਬ ਨਾਲ। ਇਹ ਜ਼ਮੀਨ ਨੂੰ ਪਤਾ। ਸਰਕਾਰਾਂ ਨੂੰ ਵੀ ਬੇਨਤੀ ਕਰਦਾ ਮੈਂ, ਖੇਤੀਬਾੜੀ ਮੰਤਰੀ ਸਾਹਿਬ ਨੂੰ, CM ਸਾਹਿਬ ਨੂੰ, ਸਾਰਿਆਂ ਨੂੰ ਕਰਦਾ ਵੀ ਕਿਸਾਨੀ ਦੀ ਬਾਂਹ ਫੜ ਲਓ। ਜੇ ਕਿਸਾਨ ਆ ਤੇ ਜਹਾਨ ਆ। ਜੇ ਕਿਸਾਨ ਖਤਮ ਹੋ ਗਿਆ ਜਹਾਨ ਖਤਮ ਹੋ ਜਾਣਾ। ਇਹ ਆਉਣ ਵਾਲੇ ਥੋੜੇ ਚਿਰ 'ਚ ਪਤਾ ਲੱਗ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਤਰੀਕੇ ਨਾਲ ਸੇਧ ਲੈ ਕੇ ਕੁਝ ਇਸ ਤਰ੍ਹਾਂ ਬਿਜਾਈ ਕਰੋਗੇ, ਜਾਂ ਦੂਸਰੀ ਜਿੱਦਾਂ ਝੋਨੇ ਦੀ ਆਮ ਬਿਜਾਈ ਆਪਾਂ ਕਰਦੇ ਹਾਂ ਲੇਬਰ ਦੇ ਥਰੂ ਜਾਂ ਮਸ਼ੀਨਾਂ ਦੇ ਥਰੂ, ਦੂਸਰੇ ਕੱਦੂ ਕਰਕੇ ਉਸ ਤਰੀਕੇ ਨਾਲ ਕਰੋਗੇ? ਦੇਖੋ ਜੀ, ਆਪਾਂ ਚਾਹੁੰਦੇ ਤਾਂ ਸੀਗੇ ਕਿ ਇਸ ਤਰ੍ਹਾਂ ਕਰੀਏ, ਪਰ ਜਿੰਨਾ ਕੁ ਹੁਣ ਮੈਨੂੰ ਇਹਦੇ ਵਿੱਚ ਘਾਟਾ ਪੈ ਗਿਆ ਜੀ, ਮੈਂ ਤਾਂ ਉਦਾਂ ਹੀ ਨਹੀਂ ਸਾਲ 2 ਸਾਲ ਉੱਠਣਾ। ਜਿੰਨਾ ਮੇਰੇ ਸਿਰ ਤੇ ਕਰਜ਼ਾ ਚੜ ਗਿਆ, ਮੈਂ ਤਾਂ ਉਦਾਂ ਨਹੀਂ ਸਾਲ 2 ਸਾਲ ਉੱਠਣਾ। ਤੇ ਮੈਂ ਕਿੱਥੋਂ ਕਰੂੰਗਾ। ਸਰਕਾਰ ਸਿੱਧੀ ਬਿਜਾਈ ਨੂੰ ਪ੍ਰਮੋਟ ਕਰ ਰਹੀ ਹੈ। ਬਹੁਤ ਸਾਰੇ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਯਾਨੀ ਕਿ ਪਾਣੀ ਦੇ ਵਿੱਚ ਪਹਿਲਾਂ ਲੇਬਰ ਦੇ ਥਰੂ ਜੋ ਝੋਨਾ ਲਗਵਾਇਆ ਜਾਂਦਾ ਸੀ, ਉਹ ਝੋਨਾ ਇਸ ਵਾਰ ਕਿਸਾਨਾਂ ਨੇ ਬਿਨਾਂ ਪਾਣੀ ਦੇ ਯਾਨੀ ਕਿ ਸਿੱਧੀ ਬਿਜਾਈ ਕੀਤੀ ਹੈ। ਵੱਖ-ਵੱਖ ਟੈਕਨੀਕ ਸੀ। ਇਹ ਵੱਟਾਂ ਤੇ ਟੈਕਨੀਕ ਇੱਕ ਇਹ ਵਰਤੀ ਸੀ ਕਿਸਾਨਾਂ ਨੇ ਕਿ ਵੱਟਾਂ ਦੇ ਉੱਪਰ ਝੋਨਾ ਲਾਇਆ ਸੀ। ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਪੱਧਰੀ ਜ਼ਮੀਨ ਦੇ ਵਿੱਚ ਜਿੱਦਾਂ ਕਣਕ ਦੀ ਬਿਜਾਈ ਹੁੰਦੀ ਹੈ ਉਸ ਤਰੀਕੇ ਦੇ ਨਾਲ ਝੋਨਾ ਬੀਜਿਆ ਸੀਗਾ, ਪਰ ज़्यादा कामयाब नहीं होए। क्योंकि खेत ਦੇ ਵਿੱਚ ਜਿੱਥੇ ਮੈਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਇੱਕ ਕਿਸਾਨ ਜਿਹੜਾ ਕਿ ਆਪਣਾ ਝੋਨੇ ਦੀ ਜਿਹੜੀ ਫਸਲ ਹੈ ਉਗਾਉਂਦਾ ਕਿਸਾਨ। ਕਿ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਕਿਸਾਨ ਨੂੰ ਆਪਣੀ ਫਸਲ ਤੋਂ, ਆਪਣੀ ਜ਼ਮੀਨ ਤੋਂ, ਪਰ ਉਮੀਦਾਂ ਜਦੋਂ ਚਕਨਾਚੂਰ ਹੁੰਦੀਆਂ ਦਿਸੀਆਂ ਤਾਂ ਕਿਸਾਨ ਫਿਰ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਕਰਕੇ ਇਹ ਫਸਲ ਉਗਾਈ ਸੀ ਵੱਟਾਂ ਦੇ ਉੱਪਰ ਇਸ ਨੂੰ ਵਾਹ ਰਿਹਾ। ਸੋ ਦੇਖੋਗੇ ਤੁਸੀਂ ਚਾੜ ਕੇ ਪਿੰਡ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਹਾਂ, ਜਿੱਥੇ ਕਿਸਾਨ ਜਿਨ੍ਹਾਂ ਨੇ ਸਿੱਧੀ ਬਿਜਾਈ ਕੀਤੀ ਸੀ। ਇਹਨਾਂ ਤੋਂ ਜਾਣਦੇ ਆਪਾਂ ਕਿ ਝੋਨੇ ਦੀ ਸਿੱਧੀ ਬਿਜਾਈ ਤੁਸੀਂ ਕੀਤੀ ਸੀ, ਆਖਿਰ ਨੌਬਤ ਕੀ ਆਈ ਹੈ ਕਿ ਇਹਨੂੰ ਵਾਹੁਣਾ ਪੈ ਰਿਹਾ, ਕਿਉਂਕਿ ਹਜੇ ਤਾਂ ਥੋੜਾ ਟਾਈਮ ਹੀ ਹੋਇਆ। ਦੇਖੋ ਅੱਜ ਇਹਨੂੰ 35-36 ਦਿਨ ਹੋ ਗਏ ਆ। ਜਿਹੜਾ ਇਹਦਾ ਜਾੜਾ ਹੋਇਆ ਉਹ ਇੱਕ ਹੀ ਰਹਿ ਗਿਆ। ਜਿੱਦਾਂ ਜਾੜ ਆਪਾਂ ਕਹਿੰਦੇ 2 ਜਾਂ 4 5 ਉਹ ਨਹੀਂ ਹੋਏ ਹੈਗੇ। ਅੱਜ ਜੇ ਅਸੀਂ ਬਾਹਰ ਆਏ ਤਾਂ ਬਹੁਤ ਹੀ ਦੁਖੀ ਹਿਰਦੇ ਨਾਲ ਬਾਹਰ ਆਏ, ਕਿਉਂਕਿ ਪੁੱਤਾਂ ਵਾਂਗੂ ਫਸਲ ਪਾਲੀ ਹੁੰਦੀ ਹੈ। ਝੋਨੇ ਦੇ ਵਿੱਚ ਜਦੋਂ ਆਪਾਂ ਹੁੰਦੇ ਹਾਂ ਤਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਰਾਤਾਂ ਨੂੰ ਵੀ ਅਸੀਂ ਜਾਗ ਕੇ ਫਸਲ ਪਾਲੀ ਆ। ਰਾਤਾਂ ਨੂੰ ਵੀ ਇਹਨਾਂ ਨੂੰ ਪਾਣੀ ਲਾਇਆ, ਕਿਉਂਕਿ ਲਾਈਟ ਜਿਹੜੀ ਆਉਂਦੀ ਸ਼ਿਫਟਾਂ 'ਚ ਆਉਂਦੀ, ਕਦੀ 12 ਵਜੇ ਆਉਂਦੀ, ਕਦੀ ਰਾਤ ਨੂੰ 1 ਵਜੇ ਆਉਂਦੀ ਆ। ਪਰ ਅੱਜ ਬਹੁਤ ਹੀ ਭਰੇ ਮਨ ਦੇ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਕਿ ਜਿਹੜੀ ਆਹ ਪੁੱਤਾਂ ਵਾਂਗ ਪਾਲੀ ਫਸਲ ਅੱਜ ਅਸੀਂ ਇਹ ਝੋਨੇ ਦੀ ਬਾਹਰ ਆਏ ਹਾਂ। ਰੀਜ਼ਨ ਕੀ ਮੰਨਦੇ ਹੋ? ਕਿਉਂਕਿ ਜਦੋਂ ਸਰਕਾਰ ਪ੍ਰਮੋਟ ਬਹੁਤ ਕਰ ਰਹੀ ਸੀ ਕਿ ਦੂਸਰੇ ਝੋਨੇ ਦੇ ਨਾਲੋਂ, ਜਿੱਦਾਂ ਤੁਹਾਡੇ ਗੁਆਂਢ ਦੇ ਵਿੱਚ ਝੋਨਾ ਲੱਗਿਆ ਹੋਇਆ,
ਇਹ ਝੋਨਾ ਉਹਨਾਂ ਨੇ ਲੇਬਰ ਤੋਂ ਲਗਵਾਇਆ ਹੋਣਾ ਜਾਂ ਮਸ਼ੀਨ ਨਾਲ ਲਾਇਆ ਹੋਣਾ, ਪਰ ਇਹ ਜਿਹੜਾ ਤੁਸੀਂ ਟੈਕਨੀਕ ਸਰਕਾਰ ਜਿਸ ਨੂੰ ਪ੍ਰਮੋਟ ਕਰ ਰਹੀ ਹੈ ਉਸ ਟੈਕਨੀਕ ਦੇ ਨਾਲ ਝੋਨਾ ਬੀਜਿਆ, ਵੱਟਾਂ ਦੇ ਉੱਪਰ ਝੋਨਾ ਬੀਜਿਆ, ਕਿਉਂਕਿ ਖਾਸ ਤੌਰ ਤੇ ਕੋਵਿਡ ਦਾ ਦੌਰ ਚੱਲ ਰਿਹਾ ਔਰ ਲੇਬਰ ਮਿਲੀ ਨਹੀਂ, ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਇਸ ਟੈਕਨੀਕ ਨੂੰ ਅਪਣਾਇਆ। ਅਸੀਂ ਉਹੀ ਦੱਸਣਾ ਚਾਹੁੰਦੇ ਕਿ ਕੋਵਿਡ ਦੇ ਦੌਰ ਦੇ ਵਿੱਚ ਲੇਬਰ 7-8 ਹਜ਼ਾਰ ਰੁਪਈਆ ਅਸੀਂ ਸੋਚਿਆ ਵੀ ਚਲੋ ਇੱਕ ਤਾਂ ਜਿਹੜਾ ਸਰਕਾਰ ਕਹਿੰਦੀ ਸੀ ਪਾਣੀ ਦੀ ਬਚਤ ਹੋਊਗੀ, ਬਚਤ ਕਰਦੇ ਕਰਾਉਂਦੇ ਆਪਣਾ ਅਸੀਂ ਬਹੁਤ ਜ਼ਿਆਦਾ ਨੁਕਸਾਨ ਕਰ ਲਏ, ਕਰਜ਼ੇ ਦੇ ਹੇਠ ਆ ਚੁੱਕੇ ਆ ਅਸੀਂ ਬਹੁਤ ਜ਼ਿਆਦਾ। ਹੁਣ ਦੁਬਾਰਾ ਫਸਲ ਹੁਣ ਪਹਿਲਾਂ ਵੀ ਕਰਜ਼ਾ ਚੱਕ ਕੇ ਫਸਲ ਬੀਜੀ ਸੀ, ਹੁਣ ਦੂਜੀ ਵਾਰੀ ਕਰਜ਼ਾ ਚੱਕਣਾ। ਜੇ ਕਿਸਾਨ ਦੀ ਗੱਲ ਕੀਤੀ ਜਾਵੇ, ਖੁਦਕੁਸ਼ੀਆਂ ਦੇ ਰਾਹ ਇਹੀ ਬਣਦੇ ਆ, ਇਹ ਖੁਦਕੁਸ਼ੀਆਂ ਦੇ ਕਾਰਨ। ਰੀਜ਼ਨ ਕੀ ਹੈ? ਮੈਂ ਸਪਸ਼ਟ ਉਹ ਰੀਜ਼ਨ ਜਾਨਣਾ ਚਾਹੁੰਦਾ, ਕਿਉਂਕਿ ਅਸੀਂ ਪਿਛਲੇ ਦਿਨਾਂ ਤੋਂ ਬਹੁਤ ਸਾਰੇ ਕਿਸਾਨ ਇਹੋ ਜਿਹੇ ਦਿਖਾਏ ਆ ਜਿਹੜੇ ਇਸ ਟੈਕਨੀਕ ਦੇ ਨਾਲ ਖੇਤੀ ਕਰਦੇ ਹੋਏ ਨਜ਼ਰ ਆਏ ਆ। ਮੇਨ ਕਾਰਨ ਕੀ ਰਿਹਾ ਵੀ ਤੁਹਾਨੂੰ ਇਹ ਜਿਹੜੀ ਫਸਲ ਵਾਹੁਣੀ ਪੈ ਰਹੀ ਹੈ? ਦੇਖੋ ਮੇਨ ਕਾਰਨ ਜਿਹੜਾ ਸਭ ਤੋਂ ਵੱਡਾ ਰਿਹਾ ਵੀ ਇਹਦਾ ਗਰੋਥ ਨਹੀਂ ਹੋਈ, ਜਾੜ ਨਹੀਂ ਹੋਇਆ। ਜੇ ਇਹਨੂੰ ਤੁਸੀਂ ਲਾਓ ਕਿ ਪਹਿਲਾਂ ਜਦੋਂ ਅਸੀਂ ਬਿਜਾਈ ਕੀਤੀ ਨਾਲ ਹੀ ਕੱਖ ਦੀ ਸਪਰੇਅ ਕੀਤੀ ਆ, ਉਸ ਤੋਂ ਬਾਅਦ ਇਹਨੂੰ ਸਲਫਰ, ਪੋਟਾਸ਼, ਜ਼ਿੰਕ ਵੀ, ਜੇ ਪੀਲਾਪਨ ਆਇਆ ਤਾਂ ਮੈਂ ਮਾਰਾਂ ਨਾਲ ਗੱਲ ਕੀਤੀ, ਕਹਿੰਦੇ ਲੋਹੇ ਦੀ ਘਾਟ ਹੋਣੀ ਆ, ਲੋਹੇ ਦੀ ਸਪਰੇਅ ਵੀ ਇਹਨੂੰ ਕੀਤੀ ਆ, ਪਰ ਪਤਾ ਨਹੀਂ ਕੀ ਗੱਲ ਹੋਈ ਆ, ਇਹਦੀ ਗਰੋਥ ਹੀ ਨਹੀਂ ਹੋਈ। ਜਾੜਾ ਜਿਹੜਾ ਇੱਕ ਦਾ ਇੱਕ ਰਹਿ ਗਿਆ, 2 ਜਾੜੇ ਵੀ ਨਹੀਂ ਹੋਏ ਹੈਗੇ, 3 ਵੀ ਨਹੀਂ ਹੋਏ। ਜੇ ਸਾਨੂੰ ਥੋੜਾ ਜਿਹਾ ਵੀ, ਅਸੀਂ ਝਾੜ ਦੀ ਗੱਲ ਨਹੀਂ ਕਰਦੇ, ਜੇ ਬਾਕੀ 30 35 ਕੁਆਂਟਲ ਨਿਕਲਦਾ, ਜੇ ਸਾਨੂੰ ਇਹ 25 ਕੁਆਂਟਲ ਵੀ ਦੇ ਜਾਂਦਾ ਹੈ ਨਾ, ਤੇ ਇਹ ਤੋਂ ਸੇਧ ਮਿਲਣੀ ਸੀ। ਇਹਦੇ ਵਿੱਚ ਸਰਕਾਰ, ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਸਰਕਾਰ ਜਦੋਂ ਨਾ ਕਿਸਾਨ ਖੁਦਕੁਸ਼ੀਆਂ ਕਰਦੇ ਫਿਰ ਉਹਨਾਂ ਦੇ ਘਰ ਮੁਆਵਜ਼ੇ ਦੇਣ ਜਾਂਦੀ, ਉਹਦੇ ਨਾਲੋਂ ਪਹਿਲਾਂ ਤੁਸੀਂ ਸਾਨੂੰ ਜਿਹੜਾ ਸੁੱਕਾ ਝੋਨਾ ਲਾਉਂਦਾ ਉਹਦੇ ਸਬਸਿਡੀ ਦਿਓ, ਸਾਡਾ ਥੋੜਾ ਇੱਕ ਹੌਸਲਾ ਅਫਜ਼ਾਈ ਵੀ ਹੋਵੇ, ਇੱਕ ਸਾਨੂੰ ਫਾਈਨੈਂਸ਼ਲੀ ਵੀ ਅਸੀਂ ਥੋੜੇ ਹੋਈਏ ਕਿ ਅਸੀਂ ਇਹ ਲਾ ਸਕੀਏ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਆਈ ਆ ਸਾਨੂੰ ਕਿ ਇਹਦੀ ਗਰੋਥ ਨਹੀਂ ਹੋਈ, ਪੀਲਾਪਨ ਆਇਆ, ਅਸੀਂ ਲੋਹੇ ਦੀ ਸਪਰੇਅ ਵੀ ਕੀਤੀ, ਸਾਰਾ ਕੁਝ ਕੀਤਾ ਆ, ਪਰ ਪਤਾ ਨਹੀਂ ਵੀ ਕੀ ਕਮੀ ਹੈ। ਜਿਹੜੇ ਬੀਜਦੇ ਆ, ਜਦੋਂ ਸ਼ੁਰੂਆਤ ਹੋਈ ਬਹੁਤ ਸੋਹਣਾ ਜੁਗਿਆ ਸੀ, ਸਾਰਾ ਕੁਝ ਹੋਇਆ, ਪਰ ਜਿਨ੍ਹਾਂ ਨੇ ਵੀ ਕੀਤਾ ਹੈ ਉਹ ਅਗਲੇ ਸਾਲ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚ ਸੁੱਕੇ ਝੋਨੇ ਦੀ ਬਿਜਾਈ ਹੋਊ, ਬਹੁਤ ਹੀ ਘੱਟ ਪੱਧਰ ਤੇ ਹੋਊਗੀ। ਕਿਉਂਕਿ ਜਦੋਂ ਝਾੜ ਨਿਕਲਣਾ ਉਦੋਂ ਜਿਹੜੇ ਬਾਕੀ ਰਹਿ ਗਏ ਹੁਣ ਥੋੜੇ ਪਰਸੈਂਟ, ਉਹਨਾਂ ਦੇ ਹੋਰ ਮਹੀਨੇ ਤੱਕ, ਪਰ ਮੈਨੂੰ ਤਾਂ ਇਹ ਲੱਗਦਾ ਸੀ ਕਿ ਜੇ ਮੈਂ ਮਹੀਨਾ ਵੇਟ ਕੀਤੀ ਤਾਂ ਮੇਰਾ ਜ਼ਿਆਦਾ ਨੁਕਸਾਨ ਹੋਣਾ। ਹੁਣ ਤਾਂ ਚਲੋ ਮੈਂ ਪਨੀਰੀ ਵੀ ਲੈਣ ਨਹੀਂ ਮੈਨੂੰ ਪਈ ਆ, ਉਹ ਵੀ ਮੁੱਲ ਲੈ ਰਿਹਾ ਆ ਪਨੀਰੀ, ਤੇ ਪਨੀਰੀ ਨਹੀਂ ਮਿਲ ਰਹੀ, ਮੁੱਲ ਪਨੀਰੀ ਮਿਲ ਰਹੀ ਆ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿਹੜੀ ਬਰੀਡ ਹੁਣ ਲਾਉਣੀ ਹੈ ਇਸ ਤੋਂ ਬਾਅਦ? ਬਾਸਮਤੀ ਕੋਈ ਹੈ ਕਿਵੇਂ? ਨਹੀਂ, ਇਸ ਤੋਂ ਬਾਅਦ ਝੋਨਾ ਹੀ ਲਾਵਾਂਗੇ। ਜੇ ਇਹਦੇ ਵਿੱਚ ਬਾਸਮਤੀ ਲਾਉਨੇ ਆ ਤੇ ਇਹਦੇ ਵਿੱਚੋਂ ਕੁਝ ਬੂਟੇ ਚੜ ਕੇ ਉਹਦਾ ਰਲਾ ਹੋ ਜਾਣਾ, ਉਹ ਸਾਡੀ ਮੰਡੀ 'ਚ ਨਹੀਂ ਵਿਕਣੀ। 121 ਵੈਰਾਈਟੀ ਪਹਿਲਾਂ ਲਾਈ ਸੀ ਮੈਂ, 121 ਦੀ ਹੁਣ ਪਨੀਰੀ ਕਿਤੋਂ ਪੁੱਛਦੇ ਫਿਰਦੇ ਆ, ਬਹੁਤ ਔਖਾ ਹੋਇਆ ਆ। ਨਹੀਂ ਤਾਂ ਹੋਰ ਕੋਈ ਫਸਲ ਬੀਜਾਂਗੇ, ਕਿਉਂਕਿ ਪਨੀਰੀ ਤੋਂ ਬਿਨਾ ਕੁਝ, ਜਿੰਨੇ ਵੀ ਸਾਡੇ ਸੱਜਣ ਮਿੱਤਰ ਸੀ ਉਹਨਾਂ ਨੇ ਬੀਜ ਲਿਆ, ਪਨੀਰੀ ਹੈ ਨਹੀਂ। ਅਸੀਂ ਵੀ ਲੇਟ ਹੋਣ ਕਰਕੇ ਹੁਣ ਦੇਖਦੇ ਆ ਕਿਤੋਂ ਪਨੀਰੀ ਮਿਲਦੀ। ਹਾਲੇ ਤੱਕ ਤਾਂ ਕਿੱਲੇ ਖਾਣ ਦੀ ਸਾਨੂੰ ਆਸ ਹੋਈ ਆ, 3 ਕਿੱਲੇ ਜਿਹੜੇ ਵਾਏ ਆਪਾਂ। ਕਿੰਨੇ ਕਿੱਲੇ ਜ਼ਮੀਨ ਹੈ ਤੁਹਾਡੇ ਕੋਲ? ਮੇਰੇ ਕੋਲ ਜੀ ਆਪਣੀ 7 ਖੇਤ ਹੈ ਜੀ। 7 ਖੇਤ ਹੈ ਤੁਹਾਡੇ ਕੋਲ, ਤੇ ਵਾਹ ਕਿੰਨੀ ਰਹੇ ਹੋ ਹੁਣ? ਕਿੰਨੇ ਸਿੱਧੀ ਬਿਜਾਈ ਕਿੰਨੇ ਖੇਤਾਂ 'ਚ ਕੀਤੀ ਸੀ, ਕਿੰਨੇ ਕਿੱਲਿਆਂ 'ਚ ਕੀਤੀ ਸੀ? 3 ਖੇਤ ਆ ਜੀ, 3 ਖੇਤ ਹੀ ਬਾਹਰ ਆਏ ਆ, ਬਾਕੀ ਥੋੜੇ ਪੱਠਿਆਂ ਪੁੱਠਿਆਂ ਨੂੰ ਰੱਖੇ ਆ ਜੀ, ਤੇ 3 ਖੇਤ ਆ ਜਿਹੜੇ ਅੱਜ ਅਸੀਂ ਬਾਹਰ ਆਏ ਸੁੱਕੀ ਬਿਜਾਈ ਦੇ। ਇਸ ਦੇ ਬਾਰੇ ਤੁਸੀਂ ਗੱਲ ਨਹੀਂ ਕਰੀ ਕੋਈ ਡਿਪਾਰਟਮੈਂਟ ਦੇ ਅਫਸਰਾਂ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਅਸੀਂ ਜਿਸ ਚੀਜ਼ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਅਸੀਂ ਉਸੇ ਰਾਹ ਤੇ ਚੱਲ ਰਹੇ ਹਾਂ, ਪਰ ਥੋੜਾ ਸਪੋਰਟ ਮਿਲ ਪਾਵੇ? ਕੋਈ ਸਪੋਰਟ ਇਦਾਂ ਦੀ ਮਿਲੀ? ਨਹੀਂ, ਸਾਨੂੰ ਕੋਈ ਸਪੋਰਟ ਨਹੀਂ ਮਿਲੀ। ਅਸੀਂ ਗੱਲ ਕੀਤੀ ਸੀ ਡਾਕਟਰ ਸਾਹਿਬਾਨ ਨਾਲ ਵੀ ਥੋੜਾ ਪੀਲਾ ਹੋ ਗਿਆ, ਉਹ ਕਹਿੰਦੇ ਸੀ ਲੋਹੇ ਦੀ ਘਾਟ ਹੈ, ਉਹਦੀ ਸਪਰੇਅ ਕਰ ਦਿਓ। ਅਸੀਂ ਉਹਦੀ ਲੈ ਆਂਦੀ, ਫਿਰ ਕਹਿੰਦੇ ਸ਼ਾਇਦ ਕਿਤੇ ਨੂੰ ਸੇਂਕ ਨਾ ਲੱਗਦੀ ਹੋਵੇ, ਸੇਂਕ ਕਰਕੇ ਅਸੀਂ ਕਲੋਰੋ ਦੀ ਸਪਰੇਅ ਵੀ ਇਹਨੂੰ ਕਰ ਦਿੱਤੀ ਆ। ਮੇਰਾ ਵੀ ਜ਼ਿਆਦਾ ਨਹੀਂ 12-14 ਹਜ਼ਾਰ ਰੁਪਈਆ ਜਿਹੜਾ ਜੀ ਇੱਥੇ ਖਰਚਾ ਆ ਗਿਆ ਆ। 12-15 ਹਜ਼ਾਰ ਪਹਿਲਾਂ ਹੋਰ ਜਿਹੜਾ ਹੁਣ ਦੁਬਾਰਾ ਬਿਜਾਈ ਕਰਨੀ ਉਹਦੇ ਤੇ ਆ ਜਾਣਾ ਆ। ਕਾਫੀ ਨੁਕਸਾਨ ਹੋਇਆ ਜੀ ਮੇਰਾ, ਕਾਫੀ ਕਰਜ਼ੇ ਦੀ ਜਿਹੜੀ ਮਾਰ ਆ ਉਹ ਸਾਨੂੰ ਪਈ ਆ ਜੀ ਇਸ ਚੀਜ਼। ਪਹਿਲਾਂ ਵੀ ਝੋਨਾ ਵੀ ਉਗਾਉਂਦੇ ਸੀਗੇ ਤੁਸੀਂ, ਝੋਨਾ ਲਾਉਂਦੇ ਸੀਗੇ ਇੱਥੇ? ਹਾਂਜੀ। ਉਹ ਝੋਨਾ ਸਹੀ ਹੁੰਦਾ ਸੀਗਾ ਪਹਿਲਾਂ? ਬਿਲਕੁਲ ਸਹੀ ਹੁੰਦਾ ਸੀ। ਆ ਨਾਲ ਤੁਸੀਂ ਮੇਰੇ ਦੇਖੋ ਇੱਧਰ ਝੋਨਾ ਲੱਗਾ, ਇਹ ਤੋਂ ਵੀ ਵਧੀਆ ਮੇਰਾ ਝੋਨਾ ਹੁੰਦਾ ਸੀਗਾ। ਮੇਰਾ ਝੋਨਾ ਇੱਥੋਂ 35 ਕੁਆਂਟਲ ਤੱਕ ਵੀ ਝੋਨਾ ਨਿਕਲਦਾ ਰਿਹਾ ਆ। ਮੈਂ ਤਾਂ ਸਿਰਫ ਇਸ ਕਰਕੇ ਲਿਆਂਦਾ ਸੀ ਕਿ ਚਲੋ ਗਾਂ ਆਉਣ ਵਾਲੀ ਸਾਡੀ ਪੀੜ੍ਹੀ, ਜੇ ਅਸੀਂ ਨੌਜਵਾਨ ਹੀ ਨਾ ਇਦਾਂ ਦਾ ਕੋਈ ਉਪਰਾਲਾ ਕਰਾਂਗੇ ਤਾਂ ਕਿਹਨੇ ਕਰਨਾ? ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ ਉਹਨੂੰ ਪਾਣੀ ਦੀ ਬਚਤ ਕਰ ਸਕੀਏ। ਜਾਂ ਇਹ ਜਿਹੜੀ ਬਿਜਾਈ ਆ, ਇੱਕ ਸੋਚਿਆ ਤਾਂ ਕੁਝ ਹੋਰ ਸੀਗਾ, ਉਹ ਕੁਝ ਹੋਰ ਗਿਆ ਜੀ, ਪਰ ਹੁਣ ਬਹੁਤ ਔਖਾ ਹੋਇਆ ਜੀ। ਪਹਿਲਾਂ ਵੀ ਕਦੇ ਪ੍ਰਯੋਗ ਕੀਤਾ ਸੀ ਜਾਂ ਪਹਿਲੀ ਵਾਰ? ਨਹੀਂ, ਮੈਂ ਸੁੱਕਾ ਝੋਨਾ ਪਹਿਲੀ ਵਾਰੀ ਲਾਇਆ ਜੀ। ਪਹਿਲਾਂ ਪ੍ਰਯੋਗ ਨਹੀਂ ਕੀਤਾ, ਪਹਿਲਾਂ ਸੁਣਿਆ ਬਹੁਤ ਸੀਗਾ ਜੀ ਮਾਹਰਾਂ ਦੇ ਕੋਲੋਂ, ਡਾਕਟਰਾਂ ਦੇ ਕੋਲੋਂ ਕਿ ਬਹੁਤ ਜ਼ਿਆਦਾ ਝਾੜ ਨਿਕਲਦਾ। ਅਸੀਂ ਝਾੜ ਦੀ ਗੱਲ ਹੀ ਨਹੀਂ ਕਰਦੇ, ਉਹ ਤਾਂ ਬਾਅਦ ਦੀਆਂ ਗੱਲਾਂ। ਜਿਹਦਾ 35-40 ਕੁਆਂਟਲ ਸਾਨੂੰ 25-26 ਕੁਆਂਟਲ ਵੀ ਨਿਕਲਿਆ ਆਉਂਦਾ, 25 ਵੀ ਨਿਕਲਿਆ ਆਉਂਦਾ, ਬਹੁਤ ਸੀਗਾ। ਚਲੋ ਗਾਂ ਅਸੀਂ ਹੋਰ ਮਿਹਨਤ ਕਰਦੇ, ਕੁਝ ਮਿਹਨਤ ਵਰੋਂ ਵੀ ਅਸੀਂ ਕੁਝ ਨਹੀਂ ਕੀਤਾ। ਕੱਖ ਦੀ ਸਪਰੇਅ ਵੀ ਕੀਤੀ ਆ, ਦੂਜੀ ਵਾਰੀ ਫੇਰ ਹੁਣ ਨੋਮਨੀ ਗੋਲਡ ਵੀ ਕੀਤੀ ਆ ਜੀ, ਪਰ ਪਤਾ ਨਹੀਂ ਕੀ ਇੰਨਾ ਕੁਝ ਪਾਤਾ। ਮੈਨੂੰ ਲੱਗਦਾ ਬਈ ਜ਼ਿਆਦਾ ਹੀ ਖਰੇ ਜਿੱਦਾਂ। ਵਜ੍ਹਾ ਕੀ ਮੰਨਦੇ ਹੋ ਅਟਵਾਲ ਸਾਹਿਬ, ਗੁਰਪ੍ਰੀਤ, ਇਸ ਦੇ ਪਿੱਛੇ? ਕਿਉਂਕਿ ਬਾਕੀ ਕਿਸਾਨ ਬਹੁਤ ਸਾਰੇ ਸੀ ਇਹੋ ਜਿਹੇ ਕਿਸਾਨ ਦੇਖੇ ਆ ਜਿਨ੍ਹਾਂ ਨੇ ਪਹਿਲੀ ਵਾਰ ਕੀਤੀ ਸੀ ਬਿਜਾਈ,
ਉਸ ਤੋਂ ਬਾਅਦ ਫਿਰ ਲਗਾਤਾਰ ਉਹ 3-4 ਸਾਲਾਂ ਤੋਂ ਬਿਜਾਈ ਕਰ ਰਹੇ ਆ ਝੋਨੇ ਦੀ, ਉਹ ਕਾਮਯਾਬ ਵੀ ਹੈ। ਫਿਰ ਇਸ ਦੇ ਪਿੱਛੇ ਰੀਜ਼ਨ ਕੀ ਮੰਨਦੇ ਹੋ ਤੁਸੀਂ? ਸਭ ਤੋਂ ਵੱਡਾ ਰੀਜ਼ਨ ਤਾਂ ਅਸੀਂ ਇਹ ਮੰਨਦੇ ਵੀ ਸਾਡੇ ਤੱਕ ਕੋਈ ਮਾਹਰ ਨਹੀਂ ਪਹੁੰਚਿਆ, ਸਾਨੂੰ ਸਹੀ ਸਲਾਹ ਨਹੀਂ ਦਿੱਤੀ ਕਿਸੇ ਨੇ। ਕਈ ਵਾਰੀ ਇਹ ਹੁੰਦੀ ਆ ਕਿ ਅਸੀਂ ਵੀ ਜ਼ਿਮੀਂਦਾਰ ਆ, ਸਾਡੇ ਕੋਲ ਵੀ ਕੋਈ ਕਮੀਆਂ ਰਹਿ ਸਕਦੀਆਂ, ਇਹ ਨਹੀਂ ਕਹਿੰਦਾ ਕਿ ਮੈਂ ਸਾਰੀ ਉਹਨਾਂ ਹੀ, ਸਾਡੇ ਕੋਲ ਵੀ ਕੋਈ ਕਮੀਆਂ ਰਹਿ ਸਕਦੀਆਂ ਆ। ਪਰ ਮੈਂ ਇੱਕੋ ਹੀ ਇਹ ਬੇਨਤੀ ਕਰਦਾ ਵੀ ਜਦੋਂ ਕਿਸੇ ਨੂੰ ਪਤਾ ਲੱਗਦਾ, ਅਸੀਂ ਦੱਸਿਆ ਵੀ ਸੀਗਾ ਖੇਤੀਬਾੜੀ ਮਾਹਿਰਾਂ ਨੂੰ ਵੀ ਸੁੱਕਾ ਝੋਨਾ ਲਾਇਆ, ਉਹ ਪਰ ਸਾਡੇ ਕੋਲ ਕੋਈ ਨੁਮਾਇੰਦਾ ਪਹੁੰਚਾ ਨਹੀਂ ਕਿ ਸਾਨੂੰ ਕੋਈ ਸਲਾਹ ਦਿੰਦਾ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਤੁਹਾਨੂੰ ਇਹ ਚੀਜ਼ ਦੀ ਕਿਤੇ ਵੀ ਲੋੜ ਹੋਵੇ ਸਾਨੂੰ ਦੱਸਿਓ। ਪਰ ਸਾਡੇ ਕੋਲ ਦੇਖਣ ਹੀ ਨਹੀਂ ਪਹੁੰਚਿਆ। ਅਸੀਂ ਕਈਆਂ ਨੂੰ ਭਾਈ ਦੱਸਿਆ ਜੀ, ਅੱਜ ਮੀਡੀਆ ਪਹੁੰਚਿਆ ਸੀ ਤਾਂ ਮੀਡੀਆ ਦਾ ਧੰਨਵਾਦ ਕਰਦੇ ਆ। ਜਿਹੜੇ ਸਾਡੇ ਅੱਜ ਦੁੱਖ ਜਿਹੜੇ ਆ ਉਹ ਅੱਜ ਤੁਸੀਂ ਸੁਣਨ ਆ ਗਏ ਆ। ਅੱਜ ਤੁਸੀਂ ਵੀ ਪੈਂਟਾਂ ਨੰਗੇ ਪੈਰੀ ਹੋ ਕੇ ਕੱਦੂ ਦੇ ਵਿੱਚ ਖੜੇ ਆ। ਕੋਈ ਸਾਡੇ ਕੋਲ ਖੇਤੀ ਵਾਲਾ, ਕੋਈ ਸਾਡੇ ਕੋਲ ਮੰਤਰੀ ਨਹੀਂ ਆਇਆ। ਮੰਤਰੀ ਸਾਹਿਬ ਵੋਟਾਂ ਲੈਣ ਦੇ ਟਾਈਮ ਆਉਂਦੇ, ਜੇ ਤੁਸੀਂ ਅੱਜ ਇੱਥੇ ਖੜੇ ਹੋ ਕੇ ਸਾਡਾ ਦੁੱਖ ਸੁਣ ਸਕਦੇ ਤਾਂ ਕੋਈ ਮੰਤਰੀ ਨਹੀਂ ਸਾਡੇ ਕੋਲ ਦੁੱਖ ਸੁਣਨਾ। ਤੁਸੀਂ ਕਿਸੇ ਨੂੰ ਜਾਣਕਾਰੀ ਦਿੱਤੀ ਸੀ ਕਿ ਡਿਪਾਰਟਮੈਂਟ ਨੂੰ, ਐਗਰੀਕਲਚਰ ਡਿਪਾਰਟਮੈਂਟ ਨੂੰ, ਜਾਂ ਫਿਰ ਉਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਸੀ ਵੀ ਇਸ ਤਰੀਕੇ ਦੇ ਨਾਲ ਅਸੀਂ ਝੋਨਾ ਬੀਜਿਆ, ਗਰੋਥ ਨਹੀਂ ਹੋ ਰਹੀ? ਉਹਨਾਂ ਨੇ ਕੋਈ ਸੰਪਰਕ ਕੀਤਾ? ਅਸੀਂ ਸੰਪਰਕ ਕੀਤਾ ਸੀਗਾ, ਖੇਤੀਬਾੜੀ ਦਫ਼ਤਰ ਭੋਪਰ ਨਾਲ ਸੰਪਰਕ ਕੀਤਾ ਸੀ। ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਜਿਹੜੇ ਹੈਗਾ ਆ ਪੀਲਾ ਹੋ ਰਿਹਾ, ਇਹਨੂੰ ਤੁਸੀਂ ਲੋਹੇ ਦੀ ਸਪਰੇਅ ਕੀਤੀ ਜਾਵੇ। ਲੋਹੇ ਸਪਰੇਅ ਕੀਤੀ ਆ, ਪਰ ਉਹਦੇ ਤੋਂ ਬਾਅਦ ਪਤਾ ਨਹੀਂ ਹੁਣ ਸਾਡੀ ਕੋਈ ਸਿੱਧੀ ਜੀ ਗੱਲ ਜੀ, ਆਪਾਂ ਕਿਸੇ ਨੂੰ ਕੀ ਕਹਿਣਾ। ਮੈਂ ਤਾਂ ਇਹ ਲਾਉਣਾ ਕਿ ਸਾਡੀ ਖਰੇ ਕਿਸਮਤ ਹੀ ਕੋ ਮਾੜੀ ਹੋਊਗੀ ਜੀ। ਜਿਹੜੀ ਸਾਫ਼ ਜੀ ਗੱਲ ਆ ਵੀ ਜੋ ਕਰਜ਼ਾ ਹੋਰ ਸਿਰ ਤੇ ਵਧਣਾ ਹੋਊਗਾ, ਆਹ ਹੀ ਗੱਲ ਆ ਜੀ। ਬਸ ਕਰਜ਼ਾ ਸੀਗਾ ਜਿਹੜਾ ਹੋਰ ਸਿਰ ਤੇ ਵੱਧ ਗਿਆ ਆ, ਹੁਣ ਮਿਹਨਤ ਕਰਦੇ ਆ, ਦੇਖਦੇ ਕੀ ਹੁੰਦਾ ਜੀ। ਗੁਰਪ੍ਰੀਤ, ਬਹੁਤ ਸਾਰੇ ਨੌਜਵਾਨ ਜਿਹੜੇ ਆ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਮੂਵ ਕਰਦੇ ਆ। ਪਿੱਛੇ ਜੇ ਇੱਕ ਕਿਸਾਨ ਦਾ ਇੰਟਰਵਿਊ ਕੀਤਾ ਸੀ, ਯੰਗ ਸੀਗਾ, +2 ਕੀਤੀ ਉਹਨੇ, ਔਰ ਉਹ ਇਹੀ ਗੱਲ ਕਹਿ ਰਿਹਾ ਸੀਗਾ, ਕਹਿੰਦੇ ਕਿ ਜੀ ਪਿਛਲੇ 1-2 ਸਾਲਾਂ ਤੋਂ ਮੈਂ ਮੇਰੇ ਫਾਦਰ ਦੇ ਨਾਲ ਹਿੱਸਾ ਵਟਾ ਰਿਹਾ, ਕੰਮਕਾਜ ਕਰ ਰਿਹਾ, ਪਰ ਇੱਥੇ ਬਣਦਾ ਜੁੜਦਾ ਨਹੀਂ। ਇਨਵੈਸਟਮੈਂਟ ਬਹੁਤ ਜ਼ਿਆਦਾ ਕੀਤੀ ਹੈ, ਜਿੱਦਾਂ ਖੇਤੀਬਾੜੀ ਅਫਸਰ ਕਹਿੰਦੇ ਅਸੀਂ ਇਨਵੈਸਟ ਕੀਤਾ, ਪਰ ਉਨੀ ਬਚਤ ਨਹੀਂ ਹੁੰਦੀ। ਇਹੀ ਕੰਮ ਜੇ ਮੈਂ ਬਾਹਰਲੇ ਦੇਸ਼ ਜਾ ਕੇ ਕਰਾਂ, ਖੇਤੀ ਦੇ ਵਿੱਚ ਹੀ ਕੰਮ ਕਰਾਂ, ਖੇਤੀ ਕਰਾਂ ਉੱਥੇ ਜਾ ਕੇ, ਤਾਂ ਮੈਂ ਇੱਥੋਂ ਨਾਲੋਂ ਬਹੁਤ ਜ਼ਿਆਦਾ ਪੈਸੇ ਕਮਾ ਸਕਦਾ। ਫਿਰ ਸਾਡੇ ਦੇਸ਼ ਦੀ ਟੈਕਨੀਕ ਜਾਂ ਫਿਰ ਸਿਸਟਮ ਦੇ ਵਿੱਚ ਖਾਮੀ ਕੀ ਲੱਗਦੀ ਹੈ ਤੁਹਾਨੂੰ? ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਡੀ ਗੱਲ ਹੈ ਜਿਹੜੀ, ਤੁਸੀਂ ਇੱਕ ਹੋਰ ਨਿੱਕੀ ਜੀ ਗੱਲ ਲੈ ਲੈਂਦੇ ਆਪਾਂ, ਹੁਣ ਥੋੜੇ ਦਿਨਾਂ ਦੀ ਲੈ ਲੈਂਦੇ ਆ, ਪੁਰਾਣੀਆਂ ਗੱਲਾਂ ਤੇ ਚਲੋ ਆਪਾਂ ਨਹੀਂ ਕਰਦੇ। ਜਦੋਂ ਅਸੀਂ ਇਹ ਝੋਨੇ ਸੁੱਕੇ ਦੀ ਬਿਜਾਈ ਕੀਤੀ ਸੀ, ਉਦੋਂ ਤੋਂ ਲੈ ਕੇ ਅੱਜ ਤੱਕ 10 ਰੁਪਏ ਲੀਟਰ ਦੇ ਮਗਰ ਤੇਲ ਦਾ ਫਰਕ ਪੈ ਗਿਆ। ਜੇ ਨੌਜਵਾਨ ਜਿਹੜਾ ਹੈਗਾ, ਅਸੀਂ ਕਿੰਨੀ ਮਿਹਨਤ ਕੀਤੀ, ਬਾਹਰ ਦੀ ਗੱਲ ਕੀਤੀਏ, ਉੱਥੇ ਬੰਦੇ ਦਾ ਮੁੱਲ ਆ, ਬੰਦੇ ਦੀ ਕੀਮਤ ਆ ਜੀ। ਜੇ ਅਸੀਂ ਮਿਹਨਤ ਕਰਦੇ ਹਾਂ, ਸਾਡੀ ਕੀਮਤ ਆ। ਸਾਡੀਆਂ ਫਸਲਾਂ, ਇੱਕ ਚੀਜ਼ ਤੁਸੀਂ ਲਾਓ, ਆ ਪਿੱਛੇ ਜੇ ਤੁਸੀਂ ਦਵਾਈਆਂ ਦਾ ਵੀ ਬੜਾ ਸੁਣਿਆ, ਰੌਲਾ ਬਹੁਤ ਪਿਆ ਵੀ ਕਿੰਨੇ ਨੂੰ MRP ਤੇ ਕਿੰਨੇ ਨੂੰ ਉਹ ਆਉਂਦੀ ਆ। ਦਵਾਈ ਤੋਂ ਬਿਨਾਂ ਨਹੀਂ ਬੰਦਾ ਰਹਿ ਸਕਦਾ ਜੀ, ਤੇ ਖਾਣ ਤੋਂ ਬਿਨਾਂ ਨਹੀਂ ਬੰਦਾ ਰਹਿ ਸਕਦਾ। ਦੋ ਚੀਜ਼ਾਂ ਜਿਹੜੀਆਂ ਜਿਨ੍ਹਾਂ ਤੋਂ ਬੰਦਾ ਨਹੀਂ ਰਹਿ ਸਕਦਾ ਜੀਂਦਾ, ਉਹ ਦੋਨਾਂ ਚੀਜ਼ਾਂ ਦਾ ਰੇਟ ਜਿਹੜਾ ਬਣਾਉਣ ਵਾਲਾ ਉਹ ਕਦੀ ਨਹੀਂ ਲਾਉਂਦਾ। ਇਹ ਤੁਹਾਨੂੰ ਪਤਾ, ਜ਼ਿਮੀਂਦਾਰ ਜੇ ਆਪਣੀ ਫਸਲ ਦਾ ਰੇਟ ਲਾਇਆ ਜਾਵੇ, ਖੁਦ ਅਸੀਂ ਹੈਗੇ, ਸਾਡਾ ਜਿਹੜੀ ਫਸਲ ਆ ਉਹਦਾ ਸਰਕਾਰਾਂ ਰੇਟ ਲਾਉਂਦੀਆਂ। ਖਾਦ ਦਵਾਈਆਂ ਦਾ ਕਿੰਨੇ ਪਰਸੈਂਟ ਜਿਹੜਾ ਉਹ ਰੇਟ ਵੱਧਦਾ ਆ। ਖਾਦਾਂ ਜਦੋਂ ਅਸੀਂ ਲੈਣ ਜਾਂਦੇ, ਦਵਾਈਆਂ ਲੈਣ ਜਾਂਦੇ, ਉਹ ਰੇਟ ਵੱਧਦਾ। ਸਾਡਾ ਜਿਹੜਾ ਫਸਲ ਹੈ ਇਹਦਾ ਰੇਟ ਅਸੀਂ ਨਹੀਂ ਕਰ ਸਕਦੇ। ਸਾਡਾ ਗੰਨਾ ਆ, ਗੰਨੇ ਦੀ ਅਸੀਂ ਜੇ ਫਸਲ ਇਹਨਾਂ ਨੂੰ ਵੇਚੀ ਆ, ਉਹ ਸਾਨੂੰ ਪੈਸੇ ਨਹੀਂ ਮਿਲਦੇ। ਕੀ ਭਾਜੀ ਇੱਥੇ ਜ਼ਿਮੀਂਦਾਰਾਂ ਕਰਨਾ? ਅਸੀਂ ਤਾਂ ਖੁਦ ਵੀ ਚਾਹੁੰਦੇ ਆ ਵੀ ਕਿਸੇ ਦਾ ਦਿਲ ਨਹੀਂ ਕਰਦਾ ਘਰ ਛੱਡਣ ਨੂੰ, ਇਹ ਮਜਬੂਰੀਆਂ ਘਰ ਛਡਾਉਂਦੀਆਂ। ਕਿਸੇ ਦਾ ਦਿਲ ਨਹੀਂ ਕਰਦਾ ਖੁਦਕੁਸ਼ੀ ਕਰਨ ਨੂੰ, ਮਜਬੂਰੀਆਂ ਹੀ ਖੁਦਕੁਸ਼ੀ ਕਰਾਉਂਦੀਆਂ। ਤੇ ਜਿਹੜੀਆਂ ਖੁਦਕੁਸ਼ੀਆਂ ਆ, ਇਹ ਹੋਰ ਕੋਈ ਨਹੀਂ ਕਰਾਉਂਦਾ, ਇਹ ਸਰਕਾਰਾਂ ਹੀ ਕਰਾਉਂਦੀਆਂ ਆ। ਸਰਕਾਰਾਂ ਕਰਕੇ ਹੁੰਦੀਆਂ। ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਆ, ਖੇਤੀਬਾੜੀ ਦੀ ਨੀਤੀਆਂ, ਮੈਨੂੰ ਇੱਕ ਵੀ ਦੱਸਣ ਵੀ ਕਿਹੜੇ ਕਿਸਾਨ ਨਾਲ ਸਲਾਹ ਕਰਕੇ ਨੀਤੀਆਂ ਬਣਾਉਂਦੇ ਆ। ਕਿਸਾਨ ਤਾਂ ਉਹ ਆ ਜਿਹੜਾ ਖੇਤ 'ਚ ਖੜਾ ਕਿਸਾਨ, ਉਹ ਥੋੜਾ ਜਿਹਾ ਦਫ਼ਤਰਾਂ 'ਚ ਬੈਠਾ ਆ। ਜਿਹੜਾ ਦੇਖੋ ਪ੍ਰੈਕਟੀਕਲੀ ਕਰਨਾ ਤਾਂ ਥਿਊਰੀ ਕਰਨਾ ਬਹੁਤ ਫਰਕ ਹੁੰਦਾ ਆ। ਜਿਹੜਾ ਕਿਸਾਨ ਪ੍ਰੈਕਟੀਕਲੀ ਕਰਦਾ, ਉਹਨੂੰ ਪਤਾ ਭਾਈ 1 ਏਕੜ ਨੂੰ ਕਿੰਨਾ ਬੀ ਪੈਣਾ, ਕਿੰਨਾ ਟਾਈਮ ਪਾਣੀ ਲੱਗਣਾ। ਇਦਾਂ ਹੀ ਮੈਂ ਇੱਕ ਵਾਰੀ ਦੱਸਦਾ, ਇੱਕ ਮਾਹਰ ਆਏ ਸੀ, ਉਹਨਾਂ ਨਾਲ ਮੇਰੀ ਗੱਲ ਹੋ ਗਈ। ਉਹ ਕਹਿੰਦੇ ਸੀਗੇ ਕਿ ਜਿਹੜਾ ਆਹ ਪਲੋ ਹੁੰਦਾ ਜੀ, ਇਹਨੂੰ ਪਲੋ ਜੀ 35 ਹਾਰਸ ਪਾਵਰ ਦਾ ਟਰੈਕਟਰ ਖਿੱਚ ਸਕਦਾ, ਪਰ ਮੈਨੂੰ ਪਤਾ ਵੀ ਮੈਂ ਚਲਾਉਣਾ ਆ ਪਲੋ ਨੂੰ 35 ਹਾਰਸ ਪਾਵਰ ਦਾ ਟਰੈਕਟਰ ਨਹੀਂ ਖਿੱਚ ਸਕਦਾ। ਉਹ ਐਵੇਂ ਕਿਤਾਬਾਂ 'ਚ ਗੱਲਾਂ, ਅਸੀਂ ਚਲਾ ਕੇ ਦੇਖਿਆ। ਜ਼ਮੀਨ ਦਾ ਫਰਕ ਹੁੰਦਾ। ਆਹ ਚੀਕਣੀ ਜ਼ਮੀਨ ਆ, ਭਰੇ ਰੇਤਾ ਜ਼ਮੀਨ ਆ, ਉਹ 'ਚ ਟਰੈਕਟਰ ਹੋਰ ਹਿਸਾਬ ਨਾਲ ਵਗਣਾ, ਇਹ 'ਚ ਹੋਰ ਹਿਸਾਬ ਨਾਲ। ਇਹ ਜ਼ਮੀਨ ਨੂੰ ਪਤਾ। ਸਰਕਾਰਾਂ ਨੂੰ ਵੀ ਬੇਨਤੀ ਕਰਦਾ ਮੈਂ, ਖੇਤੀਬਾੜੀ ਮੰਤਰੀ ਸਾਹਿਬ ਨੂੰ, CM ਸਾਹਿਬ ਨੂੰ, ਸਾਰਿਆਂ ਨੂੰ ਕਰਦਾ ਵੀ ਕਿਸਾਨੀ ਦੀ ਬਾਂਹ ਫੜ ਲਓ। ਜੇ ਕਿਸਾਨ ਆ ਤੇ ਜਹਾਨ ਆ। ਜੇ ਕਿਸਾਨ ਖਤਮ ਹੋ ਗਿਆ, ਜਹਾਨ ਖਤਮ ਹੋ ਜਾਣਾ। ਇਹ ਆਉਣ ਵਾਲੇ ਥੋੜੇ ਚਿਰ 'ਚ ਪਤਾ ਲੱਗ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਤਰੀਕੇ ਨਾਲ ਸੇਧ ਲੈ ਕੇ ਕੁਝ ਇਸ ਤਰ੍ਹਾਂ ਬਿਜਾਈ ਕਰੋਗੇ, ਜਾਂ ਦੂਸਰੀ ਜਿੱਦਾਂ ਝੋਨੇ ਦੀ ਆਮ ਬਿਜਾਈ ਆਪਾਂ ਕਰਦੇ ਹਾਂ ਲੇਬਰ ਦੇ ਥਰੂ ਜਾਂ ਮਸ਼ੀਨਾਂ ਦੇ ਥਰੂ, ਦੂਸਰੇ ਕੱਦੂ ਕਰਕੇ ਉਸ ਤਰੀਕੇ ਨਾਲ ਕਰੋਗੇ? ਦੇਖੋ ਜੀ, ਆਪਾਂ ਚਾਹੁੰਦੇ ਤਾਂ ਸੀਗੇ ਕਿ ਇਸ ਤਰ੍ਹਾਂ ਕਰੀਏ, ਪਰ ਜਿੰਨਾ ਕੁ ਹੁਣ ਮੈਨੂੰ ਇਹਦੇ ਵਿੱਚ ਘਾਟਾ ਪੈ ਗਿਆ ਜੀ, ਮੈਂ ਤਾਂ ਉਦਾਂ ਹੀ ਨਹੀਂ ਸਾਲ 2 ਸਾਲ ਉੱਠਣਾ।
ਜਿੰਨਾ ਮੇਰੇ ਸਿਰ ਤੇ ਕਰਜ਼ਾ ਚੜ ਗਿਆ, ਮੈਂ ਤਾਂ ਉਦਾਂ ਨਹੀਂ ਸਾਲ 2 ਸਾਲ ਉੱਠਣਾ, ਤੇ ਮੈਂ ਕਿੱਥੋਂ ਕਰੂੰਗਾ। ਜਿੱਦਾਂ ਕਿੰਨੇ ਦਾ ਖਰਚਾ ਆ ਗਿਆ ਗੁਰਪ੍ਰੀਤ ਹੁਣ ਤੱਕ? ਬੀਜ ਦਾ ਵੀ ਖਰਚਾ ਆਇਆ ਹੋਣਾ, ਟਰੈਕਟਰ ਦੇ ਤੇਲ ਦਾ ਵੀ, ਵਾਈ ਬਿਜਾਈ ਦਾ ਸਾਰਾ ਕਿੰਨਾ ਖਰਚਾ ਆ ਗਿਆ ਸੀ ਹੁਣ ਤੱਕ? ਦੇਖੋ ਜੀ, ਖਾਦਾਂ ਦਵਾਈਆਂ ਵਿੱਚ, ਬੀਜ ਦਾ ਵਿੱਚ, ਜਿਹੜੀ ਮਸ਼ੀਨ ਤੋਂ ਬਿਜਾਈ ਕੀਤੀ ਸੀ ਉਹਦਾ ਵਿੱਚ ਹੀ, ਤੁਸੀਂ ਸਾਡੀਆਂ ਤਾਂ ਦਿਹਾੜੀਆਂ ਛੱਡ ਹੀ ਦਿਓ, ਸਾਡੀਆਂ ਤਾਂ ਛੱਡ ਦਿਓ, ਖਾਦਾਂ ਦਵਾਈਆਂ ਪਾ ਕੇ ਇੱਕ ਖੇਤ ਤੇ ਮੇਰਾ 12 ਤੋਂ 15,000 ਰੁਪਈਆ ਜਿਹੜਾ ਖਰਚਾ ਉਹ ਆ ਗਿਆ ਆ। ਸਾਰੀਆਂ ਹੀ ਖਾਦਾਂ, ਸਾਰੀਆਂ ਦਵਾਈਆਂ, ਤੇਲ ਪਾਣੀ, ਸਾਰਾ ਕੁਝ ਕਰਕੇ ਇੰਨਾ ਹੀ ਹੁਣ ਮੇਰਾ ਫੇਰ ਆ ਜਾਣਾ ਬਿਜਾਈ ਤੇ। ਆਪੇ ਹੀ ਮੈਂ 30,000 ਇੱਕ ਖੇਤ ਤੇ ਲਾ ਕੇ ਜੀ, ਤੇ 35-40,000 ਦਾ ਹੋਣਾ, ਦਿਹਾੜੀਆਂ ਵੀ ਨਹੀਂ ਪੂਰੀਆਂ ਹੋਣੀਆਂ ਜੀ ਕਿੱਥੇ, ਬਸ ਹੁਣ ਮਜਬੂਰੀ ਪਾ ਕਰਨਾ ਤਾਂ ਪੈਣਾ ਹੀ ਹੈ। ਪਾਣੀ ਦਾ ਫਰਕ ਪੈਂਦਾ ਹੈ ਇਸ ਦੇ ਨਾਲ? ਜਿੱਦਾਂ ਦੂਸਰਾ ਝੋਨਾ, ਮੈਂ ਮੇਰੇ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰ ਦਿਖਾ ਦੇਣ ਜਿਹੜਾ ਇਹਨਾਂ ਦੇ ਗੁਆਂਢ ਦੇ ਵਿੱਚ ਨਾਲ ਦੇ ਖੇਤ ਦੇ ਵਿੱਚ ਜਿਹੜਾ ਝੋਨਾ ਨਜ਼ਦੀਕ ਤੋਂ ਦਿਖਾ ਦੇਣ ਇੱਕ ਵਾਰ, ਕਿ ਆਮ ਤੌਰ ਤੇ ਜਿਹੜੇ ਕਿਸਾਨ ਆ ਇਹ ਚੀਜ਼ਾਂ, ਕਿਉਂਕਿ ਟੈਕਨੀਕਸ ਤਾਂ ਹੋਣਾ ਹੀ ਆ, ਪਰ ਇਸੇ ਤਰੀਕੇ ਦੇ ਨਾਲ ਕਿਸਾਨ ਪਰੰਪਰਾਗਤ ਖੇਤੀ ਕਰਦੇ ਰਹੇ ਆ, ਇਸੇ ਤਰੀਕੇ ਦੇ ਨਾਲ ਜੋ ਝੋਨਾ ਲੱਗਦਾ ਰਿਹਾ। ਪਰ ਹੁਣ ਦੀ ਅਸੀਂ ਜੇ ਗੱਲ ਕਰਦੇ ਆ ਤਾਂ ਕਿਸਾਨ ਟੈਕਨੀਕ ਜਿਹੜੀ ਹੈ ਆਈ ਹੈ, ਉਸ ਤੋਂ ਬਾਅਦ ਕਿੱਦਾਂ, ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਜਿਹੜੇ ਖੇਤ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ, ਇਹ ਟੈਕਨੀਕ ਵੀ ਪਿਛਲੇ ਕਈ ਸਾਲਾਂ ਤੋਂ ਆਈ ਆ, ਪਰ ਇਸ ਵਾਰ ਕਰੋਨਾ ਵਾਇਰਸ ਕਰਕੇ ਲੇਬਰ ਜਾਣ ਦੇ ਕਾਰਨ ਕਿਸਾਨਾਂ ਨੇ ਇਹਨੂੰ ਅਡਾਪਟ ਕੀਤਾ। ਗੁਰਪ੍ਰੀਤ, ਪਿਛਲੇ ਕਈ ਦਿਨਾਂ ਤੋਂ ਅਸੀਂ ਗੱਲਬਾਤ ਵੀ ਕੀਤੀ ਹੋਰ ਕਿਸਾਨਾਂ ਦੇ ਨਾਲ ਵੀ, ਕਈ ਕਿਸਾਨਾਂ ਦੇ ਜਿਹੜੇ ਆ ਉਹ ਕਾਮਯਾਬ ਰਹੇ ਆ, ਟਰਾਇਲ ਜਿਨ੍ਹਾਂ ਨੇ ਕੀਤੇ, ਪਹਿਲੀ ਵਾਰ ਵੀ ਕੀਤੇ, ਉਹਨਾਂ ਦੇ ਵੀ ਕਾਮਯਾਬ ਰਹੇ ਆ। ਪਾਣੀ ਦਾ ਕਿੰਨਾ ਕੁ ਫਰਕ ਪੈਂਦਾ? ਦੂਸਰਾ ਝੋਨਾ ਪਾਣੀ ਜ਼ਿਆਦਾ ਪੀਂਦਾ, ਇਸ ਦੇ ਵਿੱਚ ਕਿੰਨਾ ਕੁ ਫਰਕ ਹੈ? ਨਹੀਂ, ਪਾਣੀ ਦਾ ਫਰਕ ਪੈਂਦਾ, ਦੂਸਰਾ ਝੋਨਾ ਜ਼ਰੂਰ ਪਾਣੀ ਜ਼ਿਆਦਾ ਪੀਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ। ਪਰ ਗੱਲ ਤਾਂ ਇਦਾਂ, ਜੇ ਪਾਣੀ ਘੱਟ ਪੀਂਦਾ ਤਾਂ ਹੋਇਆ ਹੀ ਨਹੀਂ, ਕਰੀਏ ਕੀ ਹੁਣ? ਗੱਲ ਤਾਂ ਆ ਮਜਬੂਰੀ ਆਉਂਦੀ ਹੈ ਨਾ, ਹੋਇਆ ਹੀ ਨਹੀਂ ਹੈਗਾ ਪਾਣੀ। ਅਸੀਂ ਪਾਣੀ ਕਰਕੇ, ਇੱਕ ਸਿਰਫ ਪਾਣੀ ਕਰਕੇ ਕੀਤਾ ਕਿ ਗਾਂ ਸਾਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲਣਾ। ਠੀਕ ਹੈ, ਕਿਸਾਨ ਸਰਕਾਰ ਨੂੰ ਚਾਹੀਦਾ ਵੀ ਇੱਥੇ ਜ਼ਰੂਰ ਕੋਈ ਨਾ ਕੋਈ ਸਬਸਿਡੀ ਜਾਈ ਜਾਵੇ, ਜੋ ਕਿਸਾਨਾਂ ਦੀ ਬਾਂਹ ਫੜੀ ਜਾਵੇ। ਉਹ ਜਿਹੜਾ ਦੂਸਰਾ ਝੋਨਾ ਤੁਸੀਂ ਹੁਣੇ ਕੈਮਰਾਮੈਨ ਤੁਹਾਡੇ ਨੇ ਦਿਖਾ ਲਿਆ, ਉਹ ਇਸ ਤੋਂ 5 ਦਿਨ ਲੇਟ ਲੱਗਾ। ਦੇਖੋ ਕਿੱਡਾ ਕਿੱਡਾ ਹੋ ਗਿਆ, ਤਾਂ ਕਿੰਨਾ ਸੋਹਣਾ ਆ ਉਹ ਦੇਖਣ ਨੂੰ ਵੀ ਲੱਗਦਾ। ਇਹਦੇ ਵਿੱਚ ਤਾਂ ਹੈ ਨਹੀਂ ਕੁਝ, ਮਜ਼ਦੂਰੀ ਪੱਖ 'ਚ ਬਾਹਰ ਆਏ ਆ। ਹਾਂਜੀ, ਠੀਕ ਹੈ। ਚਲੋ ਗੁਰਪ੍ਰੀਤ, ਅਸੀਂ ਇਹ ਉਮੀਦ ਕਰਦੇ ਹਾਂ ਕਿ ਸਰਕਾਰ ਬਾਂਹ ਫੜੂਗੀ ਕੁਛ ਨਾ ਕੁਛ। ਔਰ ਇੱਕ ਚੀਜ਼, ਆਖਰੀ ਸਵਾਲ ਹੋਰ ਮੈਂ ਤੁਹਾਡੇ ਤੋਂ ਲਵਾਂਗਾ। ਸਰਕਾਰ ਗੱਲ ਕਰਦੀ ਹੈ ਕਿ ਜਿਹੜਾ ਬਦਲ ਹੋਵੇ, ਕੋਈ ਝੋਨੇ ਦਾ ਕੋਈ ਹੋਰ ਬਦਲ ਹੋਣਾ ਚਾਹੀਦਾ। ਝੋਨੇ ਦਾ ਬਦਲ ਤੁਹਾਡੇ ਮੁਤਾਬਕ ਕੀ ਹੈ? ਮੱਕੀ ਦੀ ਬਿਜਾਈ ਬਹੁਤ ਸਾਰੇ ਕਿਸਾਨ ਝੋਨੇ ਦੇ ਬਦਲ ਦੇ ਤੌਰ ਤੇ ਦੇਖਦੇ ਆ, ਉਸ ਚੀਜ਼ ਨੂੰ ਕਿੰਨਾ ਕਾਮਯਾਬ ਮੰਨਦੇ ਹੋ ਤੁਸੀਂ? ਦੇਖੋ, ਝੋਨੇ ਦਾ ਕਹਿਣਾ ਤੇ ਕਰਨਾ ਬਹੁਤ ਫਰਕ ਹੁੰਦਾ। ਸਰਕਾਰ ਕਹਿੰਦੀ ਬਦਲ ਕਰੋ, ਅਸੀਂ ਬਦਲ ਕਰਨ ਨੂੰ ਤਿਆਰ ਆ। ਮੱਕੀ ਦਾ ਰੇਟ ਤਾਂ ਤੁਸੀਂ ਕੱਢਿਆ 1750 ਰੁਪਈਆ, ਮੱਕੀ ਵਿਕਦੀ ਆ 600 ਰੁਪਈਏ ਨੂੰ। ਜਿਹੜਾ MSP ਆ ਕੱਟਣ ਡਈ ਆ ਸਰਕਾਰ, ਹੁਣ ਵੀ ਕਹਿੰਦੀ ਬੰਦ ਕਰ ਦੇਣੀ। ਇਹ ਕਣਕ ਝੋਨੇ ਨਾਲ ਵੀ ਇਹੀ ਹਾਲ ਹੋਣਾ। ਬਦਲ ਤਾਂ ਕਰਾਂਗੇ ਅਸੀਂ, ਬਦਲ ਕਰਨ ਨੂੰ ਕਿਉਂ ਨਹੀਂ? ਅਸੀਂ ਕਿਹੜਾ ਦੇਸ਼ ਦੇ ਦੋਖੀ ਆ ਜਾਂ ਕਿਸੇ ਦੇ ਦੋਖੀ ਸਰਕਾਰਾਂ ਦੇ। ਅਸੀਂ ਵੀ ਚਾਹੁੰਦੇ ਆ ਬਦਲ ਕੀਤਾ ਜਾਵੇ, ਪਰ ਬਦਲ ਤਾਂ ਹੀ ਹੋਊਗਾ ਜੇ ਉਹਦਾ ਮੁੱਲ ਮਿਲੂਗਾ। ਮੱਕੀ ਦਾ ਰੇਟ ਤੁਸੀਂ ਕੱਢਿਆ 1750 ਰੁਪਈਆ, 6 ਨੂੰ 650 ਨੂੰ ਮੈਂ ਮੰਡੀਆਂ 'ਚ ਮੱਕੀ ਰੋਲਦੀ ਦੇਖੀ ਆ। ਕੀ ਕਿਸਾਨ ਬਦਲ ਕਰ ਲੂ ਜੀ ਉਹਦਾ? ਤੁਸੀਂ ਪ੍ਰੋਪਰ ਕੱਢੋ, ਸਰਕਾਰ ਖਰੀਦੇ ਮੱਕੀ, ਅਸੀਂ ਝੋਨਾ ਛੱਡ ਕੇ ਮੱਕੀ ਲਾਉਣ ਲੱਗ ਪੈਂਦੇ ਆ। ਹਾਂਜੀ, ਠੀਕ ਹੈ ਗੁਰਪ੍ਰੀਤ। ਗੁਰਪ੍ਰੀਤ ਸਿੰਘ ਅਟਵਾਲ ਜੋ ਕਿ ਕਿਸਾਨ ਨੇ, ਔਰ ਮੈਂ ਤੁਹਾਨੂੰ ਇੱਕ ਵਾਰ ਹੋਰ ਦਿਖਾਉਣਾ ਚਾਹੂੰਗਾ ਕਿ ਜਿਹੜੀ ਝੋਨੇ ਦੀ ਇਹਨਾਂ ਨੇ ਨਵੀਂ ਟੈਕਨੀਕਸ ਦੇ ਨਾਲ, ਹਾਲਾਂਕਿ ਟੈਕਨੀਕ ਨਵੀਂ ਨਹੀਂ ਹੈ, ਪਰ ਕਿਸਾਨਾਂ ਨੇ ਇਸ ਵਾਰ ਇਸ ਨੂੰ ਅਡਾਪਟ ਕੀਤਾ। ਇਸ ਵਾਰ ਕਿਸਾਨਾਂ ਨੇ ਜ਼ਿਆਦਾ ਅਡਾਪਟ ਕੀਤਾ ਕਿਉਂਕਿ ਕੋਰੋਨਾ ਵਾਇਰਸ ਕਰਕੇ ਲੇਬਰ ਆਪੋ ਆਪਣੇ ਸੂਬਿਆਂ ਨੂੰ ਚਲੀ ਗਈ ਸੀ, ਔਰ ਉਸ ਤੋਂ ਬਾਅਦ ਕਿਸਾਨਾਂ ਨੇ ਇਸ ਟੈਕਨੀਕ ਨੂੰ ਅਡਾਪਟ ਕੀਤਾ। ਵੱਟਾਂ ਦੇ ਉੱਪਰ ਝੋਨਾ ਉਗਾਇਆ ਕਿਸਾਨਾਂ ਨੇ, ਔਰ ਸਿੱਧੀ ਬਿਜਾਈ ਇਸ ਵਾਰ ਜ਼ਿਆਦਾ ਹੋਈ ਆ। ਪਰ ਕਿਸਾਨ ਪਰੇਸ਼ਾਨ ਵੀ ਨੇ ਇਸ ਚੀਜ਼ ਤੋਂ, ਕਿਉਂਕਿ ਖੇਤੀਬਾੜੀ ਅਫਸਰ ਜਿਹੜੇ ਆ ਉਹਨਾਂ ਨੇ ਕੋਈ ਜ਼ਿਆਦਾ ਇਹਨਾਂ ਵੱਲ, ਇਹਨਾਂ ਦਾ ਇਹ ਕਹਿਣਾ ਕਿ ਧਿਆਨ ਨਹੀਂ ਦਿੱਤਾ। ਇਸ ਵਜ੍ਹਾ ਦੇ ਨਾਲ ਇਹਨਾਂ ਨੂੰ ਆਪਦੀ ਜੋ ਝੋਨੇ ਦੀ ਫਸਲ ਆ ਜਿਹੜੀ ਉਗਾਈ ਸੀ ਇਹਨਾਂ ਨੇ ਸਿੱਧੀ ਬਿਜਾਈ ਕਰਕੇ ਉਹ ਵਾਹੁਣੀ ਪੈ ਰਹੀ ਆ। ਔਰ ਇਸੇ ਹੀ ਤਰ੍ਹਾਂ ਜੇ ਸਰਕਾਰ ਪੱਲਾ ਫੜਦੀ ਹੈ ਤਾਂ ਹੋ ਸਕਦਾ ਕਿ ਟੈਕਨੀਕ ਜਿਹੜੀ ਸਰਕਾਰ ਦਾਅਵਾ ਜ਼ਰੂਰ ਕਰਦੀ ਹੈ ਕਿ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ, ਪਰ ਸਰਕਾਰ ਨੂੰ ਵੀ ਚਾਹੀਦਾ ਹੈ, ਸਰਕਾਰੀ ਅਫਸਰਾਂ ਨੂੰ ਵੀ ਚਾਹੀਦਾ, ਸਰਕਾਰੀ ਮਸ਼ੀਨਰੀ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਕਿਸਾਨਾਂ ਦਾ ਪੱਲਾ ਫੜਨ। ਜਿਹੜੇ ਕਿਸਾਨ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਚੱਲਦੇ ਆ, ਉਹਨਾਂ ਦੀ ਬਾਂਹ ਨਹੀਂ ਫੜੀ ਜਾਂਦੀ, ਜਿਸ ਤੋਂ ਬਾਅਦ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ। ਔਰ ਕਿਸਾਨ ਜਿਹੜੇ ਆ ਬਹੁਤ ਸਾਰੇ, ਹਾਲਾਂਕਿ ਇਹੋ ਜਿਹੇ ਟਰਾਇਲ ਜਿਹੜੇ ਆ ਉਹ ਕਾਮਯਾਬ ਵੀ ਹੋਏ ਆ, ਪਰ ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀ ਆ ਜਿਨ੍ਹਾਂ ਨੂੰ ਝੋਨੇ ਦੀ ਆਪਦੀ ਪੁੱਤਾਂ ਵਰਗੀ ਫਸਲ ਵਾਹੁਣੀ ਪੈ ਰਹੀ ਹੈ। ਕੈਮਰਾ ਪਰਸਨ ਸਾਗਰ ਦੇ ਨਾਲ ਵਿਕਰਮ ਸਿੰਘ, ਜਗਬਾਣੀ TV, ਜਲੰਧਰ।